तेरे कवन कवन गुण के गावा, तू साहिब गुणी निदाना। तुमरी महिमा बरन ना सको, तू ठाकर ऊंचे भगवाना। मैं ताण दे बाण, तू है मेरे स्वामी। मैं तुझे आगे अरदास, मैं होर थाओ नहीं जिस पे करो बेनंती। मेरा दुख सुख तुझ ही पास। कबीर मेरी सिमरनी रसना ऊपर राम, आद जुगादी सगल भगत ताको सुख बिसराम। सरता शहीदां दे तकली ओट दास ने तेरी, विच आके संगत दे रखनी लाज मालका मेरी। तारन ली दुखियां दे सोना रचिया अमृत सरिया। तानी अर्जन देव गुरु तेरी शन प्यासो तरिया। तानी अर्जन देव गुरु तेरी शरण प्यासो तरिया। सरता शहीदां दे तकली ओट दास ने तेरी, विच आके संगत दे रखनी लाज मालका मेरी। तारन लई दुखियां दे सोना रचिया अमृत सरिया। तानी अर्जन देव गुरु तेरी शन प्यासो तरिया। तानी अर्जन देव गुरु तेरी शरण प्यासो तरिया। विच जाके मंडी दे कीता जदों कल्याणे, कहंदा सिख तेरे ते सहबा अज वरत गए पाणे। विच जाके मंडी दे कीता जदों कल्याणे, कहंदा सिख तेरे ते सहबा अज वरत गए पाणे। आ डिग्गा चरना ते राजा चौहकड़ दा परिया। तानी अर्जन देव गुरु तेरी शन प्यासो तरिया। तानी अर्जन देव गुरु तेरी शन प्यासो तरिया। पानी दा जहाज तुसां सोना गुरु ग्रंथ बनाया, जिस दी गुरबाणी नूं पढ़दा सुनदा ज्ञात राया। सुन तुर की बाणी नूं तपदे सीने जांदे ठरिया। तन
ਤੇਰੀ ਸ਼ਰਨ ਪਿਆ ਸੋ ਤਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਰਾਜ ਹਰੀ ਚੰਦ ਦੀ ਕੱਟਤੀ ਸੁਪਨੇ ਵਿੱਚ 84 ਉਹਦੇ ਮੰਦਿਆਂ ਕਰਮਾਂ ਦੀ ਦਿੱਤੀ ਬਦਲ ਪਲਾਂ ਵਿੱਚ ਰਾਸ਼ੀ ਸੁਪਨੇ ਵਿੱਚ ਰਾਜੇ ਦਾ ਬੀਤਿਆਂ ਵਕਤ ਚੰਡਾਲਾ ਕਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਸੱਤਾ ਬਲਵੰਡਾ ਜੋ ਹੋ ਕੇ ਬੇਮੁਖ ਹੋ ਗਏ ਕੋੜੇ ਲੱਦੇ ਉਪਕਾਰੀ ਨੇ ਚਰਨੀ ਫੇਰ ਤਸਾਂ ਦੇ ਜੋੜੇ ਹੋ ਤਰਲ ਕਰਦਿਆਂ ਨੂੰ ਤੋ ਹੱਥੋਂ ਵੇਖ ਕੇ ਆਣਾ ਜਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਮਨ ਤੇ ਮੁਸਣ ਨੇ ਸੇਵਾ ਜਦੋਂ ਤੁਸਾਂ ਦੀ ਕੀਤੀ ਤੁਸੀਂ ਦਿਲ ਦੀ ਜਾਣ ਗਏ ਜਿਹੜੀ ਨਾਲ ਉਹਨਾਂ ਦੇ ਬੀਤੀ ਸੁਣ ਆਵਾਜ਼ ਤੁਹਾਡੀ ਨੂੰ ਜਿੰਦਾ ਸਿੱਖ ਹੋ ਗਿਆ ਮਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਸ਼ਹੀਦਾਂ ਨੂੰ ਜਨਮ ਦਿੱਤਾ ਤਤੀ ਲੋਤ ਆਸਣ ਲਾ ਕੇ ਮਿੱਠਾ ਮੰਨਿਆ ਪਾਣੇ ਨੂੰ ਤਤਾਰੇ ਤਾਂ ਸੀਸ ਪਵਾ ਕੇ ਸ਼ਹੀਦਾਂ ਨੂੰ ਜਨਮ ਦਿੱਤਾ ਤਤੀ ਲੋਤ ਆਸਣ ਲਾ ਕੇ ਮਿੱਠਾ ਮੰਨਿਆ ਪਾਣੇ ਨੂੰ ਤਤਾਰੇ ਤਾਂ ਸੀਸ ਪਵਾ ਕੇ ਚਰਨੈਲ ਕਮੀਸ਼ਨ ਨੇ ਤਾਈਓ ਜਸ ਤੁਸਾਂ ਦਾ ਕਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਨੇਤ ਹੈ ਐਸੇ ਦੀਨ ਦਿਆਲ ਤਖਤਾਂ ਤਾਜਾਂ ਦੇ ਮਾਲਕ ਹਾਜ਼ਰ ਨਾਜ਼ਰ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਪਵਿੱਤਰ ਆਤਮਾ ਸੰਤ ਬਾਬਾ ਵਰਿਆਮ ਸਿੰਘ ਜੀ ਮਾਤਾ ਰਣਜੀਤ ਕੌਰ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਜੋ ਮਹਾਨ ਗੁਰਮਤਿ ਸਮਾਗਮ ਕਈਆਂ ਦਿਨਾਂ ਤੋਂ ਕਿੰਨਾ ਗਿਆਨ ਦਾ ਪ੍ਰਸ਼ਾਦ ਵੰਡਿਆ ਗਿਆ। ਵਾਹ ਵਾਹ। ਮੈਂ ਤੁਹਾਡੇ ਤੇ ਆਪਣੇ ਭਾਗ ਸਵੱਲੇ ਸਮਝਦਾ ਜਿਨ੍ਹਾਂ ਨੂੰ ਇਹ ਸੰਗਤ ਦੀਆਂ ਸੁਭਾਗ ਘੜੀਆਂ ਦਾ ਸਮਾਂ ਪ੍ਰਾਪਤ ਹੋਇਆ। ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਭ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ। ਆਓ ਸਾਰੇ ਮਾਈ ਭਾਈ
ਸਾਹਿਬਾਂ ਨੂੰ ਸੀਸ ਝੁਕਾਓ ਤੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਾਡੇ ਤੋਂ ਪਹਿਲਾਂ ਧਾਰਨਾ ਰਾਹੀਂ ਗੁਰਮੁਖ ਪਿਆਰਿਆਂ ਤੋਂ ਆਪ ਇਲਾਹੀ ਬਾਣੀ ਦਾ ਕੀਰਤਨ ਔਰ ਸੁੰਦਰ ਵਿਚਾਰਾਂ ਸਰਵਣ ਕਰ ਰਹੇ ਸੀ। ਅਸੀਂ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਗੁਰੂਆਂ ਪ੍ਰਤੀ ਧਰਮ ਪ੍ਰਤੀ ਕਹਿੰਦੇ ਤੇ ਸੁਣਦੇ ਰਹਿੰਦੇ ਹਾਂ, ਪਰ ਅਸਲ ਵਿੱਚ ਇਹਦੇ ਅਸੀਂ ਅਧਿਕਾਰੀ ਨਹੀਂ ਹੁੰਦੇ। ਧਰਮ ਦੀ ਗੱਲ ਕਰਨ ਤੋਂ ਪਹਿਲਾਂ ਬੰਦੇ ਨੂੰ ਉਸ ਧਰਮ ਦਾ ਧਾਰਨੀ ਹੋ ਕੇ ਉਸ ਦਾ ਸਾਰਾ ਸਾਰ ਜਾਣ ਲੈਣਾ ਚਾਹੀਦਾ ਹੈ। ਸੁਣਨ ਵਾਲੇ ਤੇ ਵੀ ਇਹ ਸ਼ਰਤ ਐਦ ਹੁੰਦੀ ਹੈ, ਪਰ ਸਾਡੀ ਹਾਲਤ ਬੜੀ ਅਜੀਬ ਹੋ ਚੁੱਕੀ ਆ। ਅਸੀਂ ਸੁਣ ਕੇ ਸਵਾਦ ਲੈ ਲੈਂਦੇ ਹਾਂ, ਸੁਣਾਉਣ ਵਾਲਾ ਵੀ ਆਪਣਾ ਆਨੰਦ ਲੈ ਲੈਂਦਾ, ਪ੍ਰਾਪਤ ਕੁਝ ਨਹੀਂ ਹੁੰਦਾ। ਇਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਸੰਸਾਰਕ ਰਸਾਂ ਦੇ ਨਾਲ ਜੁੜ ਗਏ ਹਾਂ। ਸਵਾਦ ਨਾਲ ਗੱਲ ਸੁਣਨੀ, ਜ਼ਿੰਦਗੀ ਦਾ ਅਮਲ ਉੱਤੇ ਨਾ ਕਰਨਾ, ਇਹਨੂੰ ਕੰਨ ਰਸ ਆਖਦੇ ਆ। ਸਾਡੇ ਪਿੰਡਾਂ 'ਚ ਬਹੁਤ ਲੋਕ ਇਹੋ ਆ ਜਿਹੜੇ ਬੜੇ ਬੜੇ ਬੰਦੇ ਇਕੱਠੇ ਕਰ ਲੈਂਦੇ ਆ ਤੇ ਗੱਲਾਂ ਸਲਾਉਂਦੇ ਰਹਿੰਦੇ ਲੋਕਾਂ ਨੂੰ ਅੱਧੀ ਅੱਧੀ ਰਾਤ ਤੱਕ। ਕਿਹੋ ਜੀ ਜ਼ਿੰਦਗੀ ਵਿੱਚੋਂ ਲੰਘ ਰਹੇ ਆ, ਇਹਦੇ ਬਾਰੇ ਮੈਂ ਇੱਕ ਛੋਟਾ ਜਿਹਾ ਪ੍ਰਮਾਣ ਦਿਆਂ। ਆਂਦੇ ਇੱਕ ਬੜੇ ਨਗਰ ਵਿੱਚ ਕੋਈ ਆਦਮੀ ਖਿਡੌਣੇ ਵੇਚਦਾ ਸੀ। ਮਿੱਟੀ ਦੇ ਬਣੇ ਹੋਏ ਖਿਡੌਣੇ ਸਨ ਉਹ ਆਦਮੀ ਦੇ ਬੁੱਤਾਂ ਵਰਗੇ। ਹੂ ਬੂ ਆਦਮੀ ਦਾ ਬੁੱਤ ਉਹਨੇ ਛੋਟੇ ਜਿਹੇ ਆਕਾਰ ਦਾ ਬਣਾ ਕੇ ਤੇ ਇੱਕ ਭੱਠੀ 'ਚ ਪਕਾ ਲਿਆ। ਇਹੋ ਜਿਹੇ ਕਈ ਬਣਾ ਕੇ ਇੱਕ ਟੋਕਰਾ ਭਰ ਲਿਆ ਤੇ ਵੇਚਣ ਚਲਾ ਗਿਆ। ਉਹਨੂੰ ਕੋਈ ਅੱਗਿਓਂ ਸਿਆਣਾ ਬੰਦਾ ਮਿਲਿਆ। ਉਹਨੇ ਆਖਿਆ ਵੀ ਤੇਰੇ ਕੋਲ ਕੀ ਆ? ਉਹਨੇ ਆਖਿਆ ਮੇਰੇ ਕੋਲ ਖਿਡੌਣੇ ਆ। ਉਹ ਜਿਹੜਾ ਵੇਚਣ ਵਾਲਾ ਸੀ ਨਾ, ਉਹ ਬੰਦਾ ਬੜਾ ਸੂਝਵਾਨ ਸੀ। ਉਹਨੇ ਸਭ ਕੁਝ ਸਮਝਾਉਣ ਵਾਸਤੇ ਕੀਤਾ ਸੀ। ਉਹਨੇ ਆਖਿਆ ਰੱਖ ਵੀ ਇਹ ਕਿਹੋ ਜਿਹੇ ਖਿਡੌਣੇ ਆ। ਜਦੋਂ ਉਹਨੇ ਵੇਖਿਆ ਇੱਕੋ ਜਿਹੇ ਖਿਡੌਣੇ ਆ, ਇੱਕੋ ਜਿਹੀ ਮਿੱਟੀ ਲੱਗੀ ਆ, ਇੱਕੋ ਜਿਹੇ ਆਕਾਰ ਦੇ ਬਣੇ ਹੋਏ ਆ, ਉਹਨੇ ਇੱਕ ਖਿਡੌਣਾ ਚੁੱਕਿਆ ਉਸ ਗਾਹਕ ਨੇ ਤੇ ਪੁੱਛਿਆ ਵੀ ਇਹ ਕਿੰਨੇ ਦਾ? ਉਹਨੇ ਆਖਿਆ ਇਹ 5 ਰੁਪਈਆਂ ਦਾ। ਖਿਡੌਣਾ ਉਹਨੇ ਪਰਾਂ ਧਰ ਕੇ ਇੱਕ ਹੋਰ ਚੁੱਕਿਆ। ਉਹਨੇ ਆਖਿਆ ਕਿੰਨੇ ਦਾ? ਉਹਨੇ ਆਖਿਆ ਇਹ 5 ਰੁਪਈਆਂ ਦਾ। ਖਿਡੌਣੇ ਇੱਕੋ ਜਿਹੇ ਸੀ। ਉਹਨੇ ਉਹ ਧਰਿਆ ਤੇ ਇੱਕ ਹੋਰ ਚੁੱਕ ਲਿਆ ਤੇ ਪੁੱਛਿਆ ਵੀ ਇਹ ਕਿੰਨੇ ਦਾ? ਉਹਨੇ ਆਖਿਆ ਇਹ 100 ਰੁਪਈਏ ਦਾ। ਉਹਨੇ ਉਹ ਧਰਿਆ ਤੇ ਲਾਗੋ ਇੱਕ ਹੋਰ ਚੁੱਕ ਲਿਆ ਤੇ ਪੁੱਛਿਆ ਵੀ ਇਹਦਾ ਕੀ ਭਾਅ ਆ? ਉਹਨੇ ਆਖਿਆ ਇਹਦਾ ਮੁੱਲ ਆ 500 ਰੁਪਈਆ। ਉਹ ਹੈਰਾਨ ਹੋਇਆ, ਪੁੱਛਿਆ ਵੀ ਖਿਡੌਣੇ ਤੇ ਇੱਕੋ ਜਿਹੇ ਆ, ਇੱਕ 5 ਦਾ ਇੱਕ 500 ਦਾ, ਇਹ ਭਾਅ ਵਿੱਚ ਇੰਨਾ ਫਰਕ ਕਿਤਨਾ ਪੈ ਗਿਆ? ਉਹਨੇ ਉਸ ਵੇਚਣ ਵਾਲੇ ਨੂੰ ਪੁੱਛਿਆ, ਗਾਹਕ ਨੇ, ਵੀ ਬਾਬਾ ਮੇਰੀ ਸਮਝ ਤੇਰੀ ਗੱਲ ਨਹੀਂ ਆਈ, ਕੀ ਸਮਝਾ ਸਕਦਾ ਵੀ ਖਿਡੌਣੇ ਤੇ ਇੱਕੋ ਜਿਹਾ, ਇੱਕ 5 ਦਾ, ਇੱਕ 5 ਦਾ, ਇੱਕ 100 ਦਾ, ਇੱਕ 500 ਦਾ, ਇਹ ਫਰਕ ਕਿਤਨਾ ਪੈ ਗਿਆ? ਉਹਨੇ ਆਖਿਆ ਬਹਿ ਜਾ ਮੈਂ ਤੈਨੂੰ ਸਮਝਾ ਦਿੰਦਾ। ਉਹਨੇ ਟੋਕਰੇ ਦੇ ਥੱਲਿਓਂ ਨਿੱਕੀਆਂ ਨਿੱਕੀਆਂ ਗੋਲੀਆਂ ਵੱਟ ਕੇ ਪਕਾਈਆਂ ਸੀ, ਉਹ ਕੱਢ ਲੀਆਂ। ਉਹਨੇ ਪਹਿਲਾ ਖਿਡੌਣਾ ਚੁੱਕਿਆ, ਜਦੋਂ ਉਹਦੇ ਗੋਲੀ ਕੰਨ 'ਚ ਪਾਈ ਨਾ ਤੇ ਉਹਦੇ ਉਹ ਦੂਸਰੇ ਕੰਨ ਥਣੀ ਨਿਕਲ ਗਈ। ਖਿਡੌਣਾ ਉਹਨੇ ਪਰਾਂ ਰੱਖ ਕੇ ਆਖਿਆ ਵੀ ਇਹਦਾ ਮੁੱਲ 5 ਰੁਪਈਏ। ਫਿਰ ਉਹਨੇ ਦੂਜਾ ਚੁੱਕਿਆ, ਉਹਨੇ ਆਖਿਆ ਇਹਦਾ ਮੁੱਲ ਆ 25 ਰੁਪਈਏ। ਜਦੋਂ ਉਹਦੇ ਕੰਨ 'ਚ ਗੋਲੀ ਪਾਈ ਤੇ ਉਹਦੇ ਉਹ ਮੂੰਹ ਥਾਣੀ ਨਿਕਲ ਗਈ। ਉਹਨੇ ਇੱਕ ਹੋਰ ਖਿਡੌਣਾ ਚੁੱਕ ਕੇ ਪੁੱਛਿਆ ਵੀ ਇਹਦਾ ਮੁੱਲ 500 ਰੁਪਈਆ ਕਿਉਂ ਆ? ਜਦੋਂ ਉਹਦੇ ਕੰਨ ਵਿੱਚ ਗੋਲੀ ਪਾਈ ਤੇ ਉਹਦੇ ਉਹ ਢਿੱਡ ਵਿੱਚ ਚਲੇ ਗਈ। ਖਿਡੌਣਾ ਉਹਨੇ ਛਣਕਾ ਕੇ ਗਾਹਕ ਨੂੰ ਫੜਾਤਾ
ਉਹਨੇ ਆਖਿਆ ਲੈ ਇਹਦੇ ਵਿੱਚੋਂ ਆ ਗੋਲੀ ਕੱਢ ਦੇ। ਉਹਨੇ ਬੜਾ ਯਤਨ ਕੀਤਾ, ਉਹਨੇ ਆਖਿਆ ਵੀ ਮੇਰੇ ਕੋ ਤੇ ਨਿਕਲੀ ਨਹੀਂ ਗਈ, ਕੋਈ ਤਰੀਕਾ ਦੱਸ, ਤੂੰ ਇਹਨੂੰ ਬਣਾਇਆ, ਤੂੰ ਇਹ ਕੱਢ ਸਕਦਾ? ਉਹਨੇ ਆਖਿਆ ਨਹੀਂ, ਇਹ ਗੋਲੀ ਹੁਣ ਮੇਰੇ ਕੋਲ ਨਹੀਂ ਨਿਕਲਣੀ, ਇਹ ਹੁਣ ਖਿਡੌਣਾ ਟੁੱਟੇਗਾ ਤੇ ਫੇਰ ਹੀ ਨਿਕਲੇਗੀ। ਉਹਨੇ ਆਖਿਆ ਮੁੱਲ ਬਸ ਵੱਧ ਘੱਟ ਇਸੇ ਵਾਸਤੇ ਆ ਵੀ ਕੁਝ ਤੇ ਸਾਡੇ ਵਿੱਚ ਲੋਕ ਇਹੋ ਜਿਹੇ ਆ ਜਿਹੜੇ ਐਸ ਕੰਨ ਥਾਣੀ ਗੱਲ ਸੁਣਦੇ ਆ ਤੇ ਉਹ ਗੋਲੀ ਵਾਂਗੂ ਦੂਜੇ ਕੰਨ ਥਾਣੀ ਕੱਢ ਦਿੰਦੇ ਆ। ਕੁਝ ਉਹ ਆ ਜਿਹੜੇ ਮੇਰੇ ਵਰਗੇ ਮੂੰਹ ਥਾਣੀ ਕੱਢਣ ਦੇ ਆ, ਗੱਲ ਕੰਨ ਨਾ ਸੁਣੀ ਮੂੰਹ ਥਾਣੀ ਕੱਢਤੀ, ਪ੍ਰਾਪਤ ਕੁਝ ਵੀ ਨਾ ਹੋਇਆ। ਕੁਝ ਉਹ ਆ ਜਿਨ੍ਹਾਂ ਦੇ ਗੱਲ ਅੰਦਰ ਚਲੇ ਜਾਂਦੀ ਆ, ਉਹ ਬਾਹਰ ਤਾਂ ਨਹੀਂ ਨਿਕਲਦੀ ਪਰ ਉਹ ਖੜਕਦੀ ਰਹਿੰਦੀ ਆ। ਕੁਝ ਉਹ ਆ ਜਿਨ੍ਹਾਂ ਦੇ ਹਿਰਦੇ ਵਿੱਚ ਚਲੇ ਜਾਂਦੀ ਆ, ਉਹ ਫਿਰ ਖੜਕਣੋਂ ਵੀ ਹਟ ਜਾਂਦੀ ਆ। ਸਭ ਤੋਂ ਵੱਧ ਮੁੱਲ ਦੇ ਇਨਸਾਨ ਉਹ ਮੰਨੇ ਗਏ ਆ। ਅਸੀਂ ਪਰਮੇਸ਼ਰ ਦੀ ਦੁਨੀਆ 'ਚ ਬਣ ਕੇ ਤੇ ਆ ਗਏ ਹਾਂ। ਜੇ ਤੇ ਕੋਈ ਗੁਰੂ ਦੀ ਗੱਲ ਸਾਡੇ ਹਿਰਦੇ ਅੰਦਰ ਟੇਗੀ ਤੇ ਖੜਕਣੋਂ ਵੀ ਹਟ ਗਈ, ਫਿਰ ਤੇ ਬਾਤ ਬਣ ਜਾਏਗੀ। ਤੇ ਜੇ ਅੰਦਰ ਜਾ ਕੇ ਖੜਕਦੀ ਰਹੀ ਨਾ, ਫਿਰ ਵੀ ਅਸੀਂ ਹੰਕਾਰ ਦੀ ਨਦੀ 'ਚ ਡੁੱਬ ਜਾਾਂਗੇ। ਗੁਰੂ ਕੇ ਸਿੱਖੋ, ਉੱਠਣ ਤੋਂ ਪਹਿਲਾਂ ਪਹਿਲਾਂ ਇਹ ਪਰਨ ਕਰਕੇ ਜਾਇਓ ਵੀ ਜੋ ਅਸੀਂ ਜ਼ਿੰਦਗੀ 'ਚ ਕੁਰੀਤੀਆਂ ਕਰਦੇ ਹਾਂ, ਜਿਨ੍ਹਾਂ ਤੋਂ ਸਾਡੇ ਗੁਰੂ ਨੇ ਸਾਨੂੰ ਵਰਜਿਆ, ਉਹ ਕੁਰੀਤੀਆਂ ਛੱਡ ਕੇ ਤੇ ਜੋ ਗੁਰੂ ਦਾ ਗਾਡੀ ਰਾਹ ਸਾਨੂੰ ਮਹਾਰਾਜ ਨੇ ਜੀਵਨ ਦਾ ਦੱਸਿਆ, ਉਸ ਗੁਰਮਤ ਨੂੰ ਅੱਜ ਪੱਲੇ ਬੰਨ੍ਹ ਕੇ ਖਾਣਾ ਤਾਂ ਤੇ ਸਾਡਾ ਇੱਥੇ ਆਇਆ ਸਫਲ ਹੋਏਗਾ। ਗੁਰੂ ਕਿਰਪਾ ਕਰੇ। ਮੈਂ ਤੁਹਾਡੀ ਸੇਵਾ ਵਿੱਚ ਕਵਿਤਾ ਬਿਆਨ ਕਰਨ ਲੱਗਾ। ਇੱਕੋ ਹੀ ਕਵਿਤਾ ਦਾ ਸਮਾਂ, ਤੇ ਕਵਿਤਾ ਮੈਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਕਹਿਣ ਲੱਗਾ। ਪਟਨਾ ਸਾਹਿਬ ਦੀ ਧਰਤੀ ਤੇ ਮੇਰੇ ਪਾਤਸ਼ਾਹ ਕੀ ਚੋਜ ਉੱਥੇ ਸਤਿਗੁਰਾਂ ਨੇ ਕੀਤੇ। ਆਪਣੇ ਹਾਣੀਆਂ ਦੇ ਨਾਲ ਖੇਡ ਰਹੇ ਸਨ। ਉਸੇ ਸ਼ਹਿਰ ਦੀ ਰਹਿਣ ਵਾਲੀ ਰਾਣੀ ਮੈਣੀ, ਜਿਹਦਾ ਨਾਮ ਇਤਿਹਾਸ ਵਿੱਚ ਬਸੰਬਰਾ ਦੇਵੀ ਆਇਆ ਹੈ, ਬੇਔਲਾਦੀ ਸੀ, ਘਰ ਵਿੱਚ ਕੋਈ ਸੰਤਾਨ ਨਹੀਂ ਸੀ। ਤੇ ਦੁਨੀਆ ਦੀ ਹਰ ਔਰਤ ਦੀ ਇਹ ਇੱਛਾ ਹੁੰਦੀ ਹੈ ਕਿ ਕੋਈ ਨਾ ਕੋਈ ਮੈਨੂੰ ਮਾਂ ਆਖਣ ਵਾਲਾ ਹੋਵੇ। ਗੋਬਿੰਦ ਰਾਏ ਆਪਣੀਆਂ ਹਾਣੀਆਂ ਨਾਲ ਖੇਡ ਰਹੇ ਸੀ। ਰਾਣੀ ਮੈਣੀ ਦੇ ਮਨ ਵਿੱਚ ਇਹ ਰੀਝ ਉਤਪੰਨ ਹੋਈ ਵੀ ਇਹ ਬਾਲਕ ਜੇ ਕਿਤੇ ਮੇਰੀ ਗੋਦੀ ਵਿੱਚ ਬਹਿ ਕੇ ਮੈਨੂੰ ਮਾਂ ਆਖ ਕੇ ਮੇਰੇ ਕੋਲੋਂ ਘੁੰਗਣੀਆਂ ਮੰਗੇ ਤੇ ਮੇਰੇ ਜਨਮਾਂ ਦੇ ਸਾਰੇ ਦੁੱਖ ਕੱਟੇ ਜਾਣ, ਮੇਰੀਆਂ ਸਾਰੀਆਂ ਸੱਧਰਾਂ ਤੇ ਚਾਵਾਂ ਪੂਰੀਆਂ ਹੋ ਜਾਣ। ਜੇ ਇਹ ਬਾਲਕ ਮੈਨੂੰ ਮਾਂ ਆਖੇ, ਛੰਦ ਦਾ ਸਿਰ ਲੇਖ ਹੈ, ਸੋਹਣੀ ਜੀ ਸੂਰਤ ਵਾਲਿਆ ਮਾਂ ਮਾਂ ਕਹਿ ਕੇ ਹਿਰਦਾ ਠਰ ਜਾ। ਜਿਸ ਤਰ੍ਹਾਂ ਗੋਬਿੰਦ ਰਾਏ ਨੂੰ ਰਾਣੀ ਮੈਣੀ ਯਾਦ ਕਰ ਰਹੀ ਹੈ, ਉਹਨਾਂ ਲੈਣਾ ਨੂੰ ਕਵਿਤਾ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ ਜੀ। ਵੇ ਮੈਂ ਰਹਿਮਤ ਵਾਲਿਆ ਕਬਲਥੀ, ਤਤੜੀ ਦੇ ਕੈਸੇ ਭਾਗ ਨੇ, ਨਾ ਮਿਟ ਸਕੇ ਨਾ ਆਸ ਹੈ, ਬਿਰਹੋਂ ਦੇ ਕੈਸੇ ਦਾਗ ਨੇ, ਨਾ ਮਿਟ ਸਕੇ ਨਾ ਆਸ ਹੈ। ਮੇਰੀ ਡੁੱਬਦੀ ਬੇੜੀ ਸਦਰ ਦੀ, ਹੱਥ ਲਾ ਕੇ ਸੋਹਣਿਆ ਤਾਰ ਜਾ, ਸੋਹਣੀ ਜੀ ਸੂਰਤ ਵੱਲਿਆ ਮਾਂ ਕੇ ਹਿਰਦਾ ਠਾਰ ਜਾ, ਸੋਹਣੀ ਜੀ ਸੂਰਤ ਵਾਲਿਆ। ਰਹਿਮਤ ਵਾਲਿਆ ਖੱਬ ਲੱਥੀ, ਤਤੜੀ ਦੇ ਕੈਸੇ ਭਾਗ ਨੇ, ਨਾ ਮਿਟ ਸਕੇ ਨਾ ਆਸ ਹੈ, ਬਿਰਹੋਂ ਦੇ ਕੈਸੇ ਦਾਗ ਨੇ,
ना मिट सके ना आस है। मेरी डुबदी बेड़ी सदर दी हथ ला के सोनिया तार जा। सोनी जी सूरत वलिया मां कह के हिरदा ठार जा। सोनी जी सूरत वालिया रानी हाँ मैं जन्म दी लेखा विच लिखिया सुख नहीं जिस मां दे खाली गोद है। इस तो कोई वड्डा दुख नहीं जिस मां दे खाली गोद है। मिठा जा रुतबा मां दा पूरा कुदी अदार जा। सोनी जी सूरत वलिया मां कह के हिरदा ठार जा। सोनी जी सूरत वालिया जुगा तो लम्मी वेल में जुगा तो लम्मी वेल में भागा विच लिखिया फुल नहीं की करा खजाने भरे ने पर पुत्र मिलदे मुल नहीं की करा खजाने भरे ने। केड़ा मुका दे जन्मदा रहमत दियां फूका मार जा। सोनी जी सूरत वलिया मां कह के हिरदा ठार जा। सोनी जी सूरत वालिया पुत्र बाजो गोत में दामुगद मुनारा टह गया। सोनी दे नार अहले नू पत्थर बनना पै गया। सोने दे नार अहल्या नरदोष अहलिया वंगरा ला चरना दे नल तार जा। सोनी जी सूरत वालिया मां कह के हिरदा ठार जा। सोनी जी सूरत वालिया रानी कहंदी मैं नहीं सब तू ही हो रहा। घट घट दे अंदर लालना तू सिदके सादा टोरिया। घट घट दे अंदर लालना सदियां दी सुकी तरत ते आवर के मोले तार जा। सोनी जी सूरत वालिया मां कह के हिरदा
ਵਾਲਿਆ ਮੇਰੇ ਮੱਲਾ ਅੰਦਰ ਲਾਲਨਾ ਮੇਰੇ ਮੱਲਾ ਅੰਦਰ ਲਾਲਨਾ ਬੋ ਮੁੱਲੇ ਹੀਰੇ ਜੜੇ ਨੇ ਵਾਰਸ ਬਿਨ ਸੋਭਾ ਪੋਣਨਾ ਬੇਜਾਨ ਜੇ ਸਭੇ ਖੜੇ ਨੇ ਵਾਰਸ ਬਿਨ ਸੋਭਾ ਪੋਣਨਾ ਹੋ ਖੋਤੀ ਦੇ ਵਿੱਚ ਬੈਠ ਕੇ ਬੁੱਢਣੀ ਤੋਂ ਕਰ ਮੋਟੀ ਆਰ ਜਾ ਸੋਹਣੀ ਜੀ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਸੋਹਣੀ ਜੀ ਸੂਰਤ ਵਾਲਿਆ ਚੱਖ ਲਵੇਂ ਜੇ ਮੇਰੀਆਂ ਚੱਖ ਲਵੇਂ ਜੇ ਮੇਰੀਆਂ ਕੁੰਗਣੀਆਂ ਮੇਰੇ ਮਹਿਲਾ ਅੰਦਰ ਬਹਾਰ ਆਏ ਮੇਰੇ ਚੁਰੜੇ ਬਿਰਦ ਸ਼ਰੀਰ ਤੇ ਜੋ ਬਨ ਖਿੜ ਜਾਏ ਨਿਖਾਰ ਆਏ ਮੇਰੇ ਚੁਰੜੇ ਬਿਰਦ ਸ਼ਰੀਰ ਤੇ ਮੈਂ ਰੁੱਖੀ ਬਾਜ ਮੁਹੱਬਤੋਂ ਲਾ ਚਰਨਾ ਦੇ ਨਾਲੇ ਤਾਰ ਜਾ ਸੋਹਣੀ ਜੀ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਸੋਹਣੀ ਜੀ ਸੂਰਤ ਵਾਲਿਆ ਗੋਦੀ ਦੇ ਵਿੱਚ ਬੈਠ ਕੇ ਗਲ ਬਾਹਾਂ ਪਾ ਕੇ ਮਾਂ ਕਹਿ ਮੈਂ ਆਖਾਂ ਗੋਬਿੰਦ ਪੁੱਤ ਹੈ ਜਗ ਸਾਵੇਂ ਬੱਚਿਆ ਹਾਂ ਕਹਿ ਮੈਂ ਆਖਾਂ ਗੋਬਿੰਦ ਪੁੱਤ ਹੈ ਪੈਂਕਾ ਮੈਂ ਸਮਝਾ ਤਰ ਗਈ ਤੂੰ ਸਰੂਪ ਵਖਾ ਕਰ ਤਾਰ ਜਾ ਸੋਹਣੀ ਦੀ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਸੋਹਣੀ ਦੀ ਸੂਰਤ ਵਾਲਿਆ ਸੋਹਣੀ ਜੀ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਭਲੇ ਬੁਰੇ ਕੀ ਪੀਰ ਪਛਾਨਤ ਵਾਹ ਵਾਹ ਗੁਰੂ ਕਿਆ ਸਿੱਖਾ ਗੁਰੂ ਤੇਰਿਆਂ ਕੱਪੜਿਆਂ ਨੂੰ ਵੀ ਨੇੜੇ ਆ ਸੱਚ ਹੈ ਗੁਰੂ ਤੇਰਿਆਂ ਹੱਥਾਂ ਪੈਰਾਂ ਨੂੰ ਵੀ ਨੇੜੇ ਆ ਜੇ ਤੂੰ ਗੁਰੂ ਦੀ ਚਾਲੀ ਤੇ ਆਪਣੇ ਜੀਵਨ ਨੂੰ ਤੋਰੇ ਤੇ ਰਾਣੀ ਮੈਣੀ ਨੇ ਅਰਦਾਸ ਕੀਤੀ ਦਿਲਾਂ ਦੀਆਂ ਜਾਣਨ ਵਾਲੇ ਗੋਬਿੰਦ ਰਾਏ ਉਸੇ ਤਰ੍ਹਾਂ ਹਾਣੀਆਂ ਨਾਲ ਖੇਡਦੇ ਖੇਡਦੇ ਉਸ ਮਾਤਾ ਬਸੰਬਰਾ ਦੇਵੀ ਦੀ ਗੋਦੀ ਵਿੱਚ ਬੈਠੇ ਤੇ ਜੋ ਉਹਦੇ ਮਨ ਦੀ ਭਾਵਨਾ ਸੀ ਨਾ ਉਸੇ ਤਰ੍ਹਾਂ ਮੇਰੇ ਪਾਤਸ਼ਾਹ ਨੇ
ਛੋਟੀਆਂ ਛੋਟੀਆਂ ਬਾਹਾਂ ਉਸ ਰਾਣੀ ਦੇ ਗਲ ਵਿੱਚ ਪਾ ਲਈਆਂ ਤੇ ਅੱਖਾਂ ਵਿੱਚ ਅੱਖਾਂ ਪਾ ਕੇ ਸਤਿਗੁਰੂ ਨੇ ਮਾਂ ਕਹਿ ਕੇ ਉਸ ਰਾਣੀ ਦੇ ਕੋਲੋਂ ਘੁੰਗਣੀਆਂ ਆਪ ਮੰਗਣੀਆਂ ਕੀਤੀਆਂ। ਤੁਸੀਂ ਅੱਜ ਵੀ ਪਟਨਾ ਸਾਹਿਬ ਦੀ ਧਰਤੀ ਤੇ ਜਾਓ, ਉਹ ਬਾਲ ਲੀਲਾ ਗੁਰਦੁਆਰਾ ਸਾਹਿਬ ਰਾਣੀ ਮੈਣੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਅੱਜ ਵੀ ਜਦੋਂ ਉੱਥੇ ਪ੍ਰਸ਼ਾਦ ਵਰਤਾਇਆ ਜਾਂਦਾ ਨਾ ਤੇ ਘੁੰਗਣੀਆਂ ਦਾ ਵਰਤਾਇਆ ਜਾਂਦਾ, ਤੇ ਪਹਿਲਾ ਵਰਤਾਰਾ ਉਹਨਾਂ ਬੱਚਿਆਂ ਨੂੰ ਦਿੱਤਾ ਨਾ ਜੇ ਸਭ ਤੋਂ ਛੋਟੇ ਹੁੰਦੇ ਆ। ਤੋ ਗੁਰੂ ਪਾਤਸ਼ਾਹ ਮਹਾਰਾਜ ਹਰ ਇੱਕ ਦੀਆਂ ਭਾਵਨਾ ਪੂਰੀਆਂ ਕਰਦੇ ਆ। ਇਹ ਦਰ ਇਹੋ ਜਿਹਾ ਹੈ ਜਿੱਥੇ ਇੱਕ ਮੰਗੀਏ ਤੇ 7 ਮਿਲਦੇ ਆ। ਸੱਚ ਹੈ। ਮਾਤਾ ਸੁਲੱਖਣੀ ਨੇ ਇੱਕੇ ਦੀ ਮੰਗ ਕੀਤੀ ਸੀ ਨਾ, ਹਾਂ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਾਤਾ ਸੁਲੱਖਣੀ ਨੂੰ 7 ਪੁੱਤ ਦਿੱਤੇ ਸਨ। 7 ਗੁਰੂ ਦੇ ਦਰ ਤੋਂ ਨਿਆਮਤਾਂ ਤਿਆਰੀਆਂ ਹੁੰਦੀਆਂ, ਪਰ ਅਸੀਂ ਇਸ ਦਰ ਨੂੰ ਛੱਡ ਕੇ ਗਾਂਹ ਤੁਰ ਪੀਨੇ ਗਾਂ। ਨਹੀਂ, ਗੁਰੂ ਕੇ ਸਿੱਖੋ, ਇਸ ਦਰ ਤੋਂ ਸਾਰੀਆਂ ਦਾਤਾਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਜੇ ਕੋਈ ਸ਼ਰਧਾ ਧਾਰ ਕੇ ਆਵੇ। ਤੇ ਗੁਰੂ ਕਿਰਪਾ ਕਰੇ ਜਿੱਥੇ ਆਪਾਂ ਅੱਜ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ, ਉੱਥੇ ਅੱਜ ਉਹ ਦਿਨ ਹੈ ਜਿਹੜਾ ਕਿਸੇ ਨੂੰ ਕਦੀ ਭੁੱਲਣ ਵਾਲਾ ਨਹੀਂ। 1 ਨਵੰਬਰ ਦਾ ਦਿਨ ਉਹ ਸਾਰਿਆਂ ਨੂੰ ਚੇਤੇ ਹੋਣਾ। ਦਿੱਲੀ ਵਿੱਚ ਕਿਸ ਤਰ੍ਹਾਂ ਸਿੱਖਾਂ ਦੀ ਕਤਲੇਆਮ ਹੋਈ, ਸਿੱਖ ਗਾਜਰਾਂ ਤੇ ਮੂਲੀਆਂ ਵਾਂਗੂ ਵੜ ਦਿੱਤੇ ਗਏ। ਉਹਦਾ ਕਾਰਨ ਕੀ ਸੀ? ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਬਚਨ ਕਿਹਾ ਕਰਦੇ ਸੀ, ਕੋਈ ਵੀ ਸਿੱਖ ਹੋਵੇ ਉਹ ਸ਼ਸਤਰ ਤੋਂ ਬਿਨਾਂ ਨਾ ਹੋਵੇ। ਮੈਨੂੰ ਇੱਕ ਹਾਲੈਂਡ ਵਿੱਚ ਬੀਬੀ ਮੈਂ ਲਹੂ ਦੇ ਅਥਰੂ ਰੋਂਦੀ ਵੇਖੀ। ਉਹ ਪਿੰਡ ਰੁੜਕੀ ਦੇ ਰਹਿਣ ਵਾਲੀ ਸੀ, ਨਕੋਦਰ ਦੇ ਲਾਗੇ ਦੇ। ਆਂਦੀ, ਗਿਆਨੀ ਜੀ ਤੁਸੀਂ ਜੂਨ 84 ਦਾ ਸਾਕਾ ਸੁਣਾਇਆ, ਉਹ ਘੱਲੂਘਾਰਾ ਉਹ ਦਿਨ ਸਾਡੇ ਪਰਿਵਾਰ ਉੱਤੇ ਬੀਤੇ। ਮੇਰਾ ਪਿਤਾ ਡਰਾਈਵਰੀ ਕਰਦਾ ਸੀ, ਅੰਮ੍ਰਿਤਧਾਰੀ ਸੀ। ਸ਼ਾਹਦਰਾ ਬਾਰਡਰ ਤੇ ਉਹਨੂੰ ਘੇਰ ਲਿਆ ਗਿਆ। ਜ਼ਾਲਮਾਂ ਨੇ ਗੱਡੀ ਵਿੱਚੋਂ ਲਾਹ ਲਿਆ, ਉਹਦੀ ਪਹਿਲਾਂ ਪੱਗ ਲਾਈ, ਫਿਰ ਸਰੀਆ ਸਿਰ 'ਚ ਮਾਰਿਆ, ਫਿਰ ਤੇਲ ਪਾ ਕੇ ਤੇ ਜਿਉਂਦਿਆਂ ਉਹਨੂੰ ਸਾੜਿਆ। ਇਹ ਚਾਚਾ ਮੇਰਾ ਸਾਰਾ ਸੀਨ ਵੇਂਦਾ ਰਿਹਾ। ਉਹ ਮੋਨਾ ਸੀ, ਉਹਦੇ ਕੇਸ ਦਾੜੀ ਨਹੀਂ ਸਨ। ਉਹ ਆਂਦੇ ਸੀ ਮੋਨੇ ਨੂੰ ਕੋਈ ਨਹੀਂ ਆਖਣਾ, ਅਸੀਂ ਮਾਰਨੇ ਪੱਗ ਤੇ ਦਾੜੇ ਵਾਲੇ ਆ। ਗੁਰੂ ਕੇ ਸਿੱਖੋ, ਜਿੱਥੇ ਦਿੱਲੀ ਵਿੱਚ ਇੰਨੀ ਕਤਲੇਆਮ ਹੋਈ, ਉੱਥੇ ਕਾਨਪੁਰ ਵਿੱਚ ਵੀ ਬਹੁਤ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ। ਯੂਪੀ ਤੋਂ ਬਹੁਤ ਮਹਾਂਪੁਰਸ਼ ਬਾਬਾ ਲਖਬੀਰ ਸਿੰਘ ਜੀ ਦੇ ਪਿਆਰ ਵਾਲੀਆਂ ਸੰਗਤਾਂ ਹੁਮ ਕੇ ਪਹੁੰਚ ਰਹੀਆਂ, ਤੇ ਯੂਪੀ ਵਿੱਚ ਬਹੁਤ ਸਾਰਿਆਂ ਨੇ ਇਹੋ ਜਿਹੀ ਘਟਨਾ ਵਾਪਰੀ ਹੋਗੀ ਜਿਨ੍ਹਾਂ ਦੇ ਝਾਲੇ ਸਾੜ ਦਿੱਤੇ ਗਏ, ਜਿਨ੍ਹਾਂ ਦੇ ਘਰ ਲੁੱਟ ਲਏ ਗਏ। ਕਾਨਪੁਰ ਵਿੱਚ ਵੀ ਬਹੁਤ ਭਾਰੀ ਸਿੱਖਾਂ ਦਾ ਨੁਕਸਾਨ ਹੋਇਆ। ਗਿਆਨੀ ਜੰਗਬੀਰ ਸਿੰਘ ਜੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਕਾਨਪੁਰ ਕਥਾ ਕਰਨ ਗਏ। ਆਂਦੇ ਜਦੋਂ ਕਥਾ ਕਰਕੇ ਵਾਪਸ ਆਏ ਤੇ ਇੱਕ ਬਹੁਤ ਅਮੀਰ ਪਰਿਵਾਰ ਜਿਨ੍ਹਾਂ ਮਹਾਂਪੁਰਸ਼ਾਂ ਦੀ ਰੋਟੀ ਵਰਜੀ, ਤੇ ਜਦੋਂ ਮਹਾਂਪੁਰਸ਼ਾਂ ਨੂੰ ਸਰੋਪਾ ਭੇਟ ਕਰਨ ਲੱਗਾ ਨਾ, ਉਹਦਾ ਗਲ ਭਰ ਆਇਆ, ਉਹਦੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਕਹਿਣ ਲੱਗਾ, ਮਹਾਂਪੁਰਸ਼ੋ ਜਿੱਥੇ ਤੁਸੀਂ ਬੈਠੇ ਜੇ ਨਾ, ਇੱਥੇ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਬੈਠੇ ਸੀ। ਤੇ ਜਦੋਂ ਮੈਂ ਉਹਨਾਂ ਨੂੰ ਸਰੋਪਾ ਭੇਟ ਕਰਨ ਲੱਗਾ ਨਾ, ਉਹਨਾਂ ਮੈਨੂੰ 2 ਬਚਨ ਆਖੇ ਸੀ ਜਿਹਦਾ ਕਰਕੇ ਮੇਰੀ ਜ਼ਿੰਦਗੀ ਤੇ ਮੇਰੀ ਇੱਜ਼ਤ ਬਚ ਗਈ। ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਕੀ ਬਚਨ ਆਖੇ ਸੀ? ਕਹਿਣ ਲੱਗੇ, ਜਦੋਂ ਮੈਂ ਸੰਤਾਂ ਨੂੰ ਸਰੋਪਾ ਭੇਟ ਕਰਨ ਲੱਗਾ, ਮੈਨੂੰ ਕਹਿਣ ਲੱਗੇ, ਸਿੱਖਾ ਤੇਰੇ ਘਰ ਵਿੱਚ ਕੋਈ ਸ਼ਸਤਰ ਹੈ? ਆਂਦਾ, ਮੈਂ ਕਿਹਾ ਨਹੀਂ ਮਹਾਂਪੁਰਸ਼ੋ, ਸ਼ਸਤਰ ਤੇ ਕੋਈ ਨਹੀਂ ਗਾ। ਤੇ ਕਹਿਣ ਲੱਗੇ ਵੀ ਜੇ ਤੇਰੇ ਤੇ ਕੋਈ ਚੜ੍ਹਾਈ ਕਰਕੇ ਆ ਜੇ, ਉਹਦੇ ਸਿਰ ਵਿੱਚ ਚੁੱਕ ਕੇ ਆ ਟੈਲੀਵਿਜ਼ਨ ਮਾਰੇਗਾ ਕਿ ਫਰਿੱਜ ਮਾਰੇਗਾ ਜਿਹੜੀ ਅੰਦਰ ਰੱਖੀ ਹੋ? ਆਂਦਾ, ਮੈਂ ਕਿਹਾ ਬੋਲ ਤੇ ਮਹਾਂਪੁਰਸ਼ਾਂ ਦੇ ਬਿਲਕੁਲ ਠੀਕ ਆ। ਆਂਦਾ, ਉਹ ਮਹਾਂਪੁਰਸ਼ਾਂ ਦੇ ਬਚਨ, 7 ਪੁਰਸ਼ਾਂ ਦੇ ਬਚਨ, ਕਮਾਏ ਹੋਏ ਬਚਨ ਉਹ ਮੇਰੇ ਮਨ ਦੇ ਅੰਦਰ ਘਰ ਕਰ ਗਏ। ਆਂਦਾ, ਮੈਂ ਫਿਰ ਲਾਇਸੈਂਸੀ ਹਥਿਆਰ ਖਰੀਦੇ ਕਾਨੂੰਨ ਮੁਤਾਬਕ ਆਪਣੀ ਸਵੈ ਰੱਖਿਆ ਵਾਸਤੇ। ਜਦੋਂ ਕਾਨਪੁਰ ਵਿੱਚ ਸਿੱਖਾਂ ਦੇ ਘਰਾਂ ਨੂੰ ਅੱਗਾਂ ਲੱਗਣ ਲੱਗੀਆਂ, ਜਦੋਂ ਸਿੱਖਾਂ ਨੂੰ ਮਾਰਿਆ ਜਾਣ ਲੱਗਾ, ਇੱਕ ਹਜੂਮ ਮੇਰੇ ਘਰ ਨੂੰ ਵੀ ਆ ਗਿਆ ਤੇ ਮੇਰੇ ਮੁੱਖ ਦਰਵਾਜ਼ੇ ਦਾ ਜਿੰਦਰਾ ਉਹਨਾਂ ਨੇ ਆ ਕੇ ਤੋੜ ਦਿੱਤਾ।
ਆਂਦਾ ਜੇ ਕਿਤੇ ਮੈਂ ਮਹਾਂਪੁਰਸ਼ਾਂ ਦੇ ਬਚਨ ਨਾ ਕਮਾਏ ਹੁੰਦੇ ਨਾ ਤੇ ਮੇਰੀ ਨੌਜਵਾਨ ਧੀਆਂ ਦੀ ਪੱਤ ਬਰਬਾਦ ਹੋ ਜਾਂਦੀ, ਮੈਂ ਲੁੱਟੇ ਜਾਣਾ ਸੀ। ਆਂਦਾ ਜਿਸ ਵੇਲੇ ਹਜੂਮ ਅੰਦਰ ਆ ਵੜਿਆ, ਮੈਂ ਆਪਣੇ ਰਿਵਾਲਵਰ ਵਿੱਚੋਂ ਗੋਲੀ ਚਲਾਈ। ਜਿਹੜਾ ਉਹਨਾਂ ਦਾ ਆਗੂ ਸੀ, ਜਦੋਂ ਉਹਦੀ ਪੁੜਪੜੀ 'ਚ ਵੱਜੀ ਤੇ ਉਹ ਪੁੱਠਾ ਹੋ ਕੇ ਉੱਥੇ ਜਾ ਪਿਆ। ਉੱਤੋਂ ਮੇਰੇ ਪੁੱਤਰਾਂ ਨੇ ਫੈਰਨ ਖੋਲਤੀ। ਆਂਦਾ ਬਾਬਾ ਜੀ ਸਾਡੇ ਵਿਹੜੇ 'ਚ ਬਸ ਚੱਪਲਾਂ ਹੀ ਰਹਿ ਗਈਆਂ, ਬਾਕੀ ਕੁਝ ਵੀ ਨਹੀਂ ਸੀ। ਤੇ ਜਾਂ ਉਹ ਲੋਥਾਂ ਪਈਆਂ ਸੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਸੀ। ਉਹ ਜੇ ਛੇਰ ਦੀਆਂ ਨੌਂਦਰਾਂ ਹੀ ਨਾ ਹੋਣ, ਜੇ ਛੇਰ ਦੀਆਂ ਜਾੜਾਂ ਹੀ ਨਾ ਹੋਣ, ਉਹ ਤੇ ਗਿੱਦੜ ਨਾਲੋਂ ਭੈੜਾ। ਸੱਚ ਹੈ। ਗੁਰੂ ਕੇ ਸਿੱਖੋ, ਜੱਜ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਆਏ ਜੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਜੇ, ਤੇ ਮਹਾਂਪੁਰਸ਼ਾਂ ਦੇ ਬਚਨ ਕਮਾ ਕੇ ਜਾਇਓ। ਜਿੱਥੇ ਹੋਰ ਸਾਜੋ ਸਮਾਨ ਜ਼ਮੀਨਾਂ ਖਰੀਦਣ ਤੇ ਕੋਠੀਆਂ ਬਣਾਉਣ ਤੇ ਜ਼ੋਰ ਲਾਉਨੇ ਆ ਨਾ, ਉੱਥੇ ਨਾਲ ਨਾਲ ਸ਼ਸਤਰਧਾਰੀ ਵੀ ਹੋਈਏ। ਗੁਰੂ ਕਿਰਪਾ ਕਰੇ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਪਹਿਰੇ ਤਿਸ ਬਿਗੜੇ ਕਾਜ। ਉਹਨਾਂ ਦੇ ਕਾਜ ਵਿਗਣਗੇ ਜਿਹੜੇ ਕੋਲ ਸ਼ਸਤਰ ਨਹੀਂ ਰੱਖਣਗੇ। ਗੁਰੂ ਕਿਰਪਾ ਕਰੇ, ਸੀ ਗੱਡੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਰੱਖੀਆਂ, 15-15 20-20 ਲੱਖ ਦੀਆਂ ਗੱਡੀਆਂ ਤੇ ਸੈਰ ਕਰਦੇ ਆ। ਕੋਈ ਭਾਗਾਂ ਵਾਲਾ ਗੁਰੂ ਕਾ ਸਿੱਖ ਹੋਏਗਾ ਜਿਹਦੀ ਗੱਡੀ ਵੀ ਸ੍ਰੀ ਸਾਹਿਬ ਜਾਂ ਕੋਈ ਅਗਨ ਸ਼ਸਤਰ ਹੋਏਗਾ। ਨਹੀਂ ਤੇ ਮੈਂ ਵੇਖਿਆ ਪਿੱਛੇ ਭਾਲੂ ਰੱਖਿਆ ਹੁੰਦਾ ਤੇ ਅੱਗੇ ਬਾਂਦਰ ਟੰਗਿਆ ਹੁੰਦਾ। ਉਹ ਤਰ੍ਹਾਂ ਕਹਾਉਣੇ ਸੀ ਖਾਲਸਿਆਂ ਨਹੀਂ ਆਏ, ਸਿੱਖ ਵਾਸਤੇ ਦੇਗ ਤੇ ਸਿਰ ਹਲੂਣੇ ਵਾਸਤੇ ਤੇਗ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ। ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਸੰਤ ਮਹਾਂਪੁਰਸ਼ ਬਾਬਾ ਲਖਮੀਰ ਸਿੰਘ ਜੀ ਜਿਨ੍ਹਾਂ ਦਾ ਇਹ ਹਜ਼ੂਰੀ ਜਥਾ ਜਿਹੜੇ ਅੰਤਾਂ ਦਾ ਪਿਆਰ ਸਾਨੂੰ ਬਖਸ਼ ਕਰਦੇ ਆ। ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਬੜੇ ਸੂਝਵਾਨ ਮਹਾਂਪੁਰਸ਼ਾਂ ਦੇ ਬਚਨ ਕਮਾਉਣ ਵਾਲੇ ਔਰ ਸਾਰੀ ਜ਼ਿੰਦਗੀ ਵੱਡੀਆਂ ਵੱਡੀਆਂ ਜ਼ਿੰਮੇਦਾਰੀਆਂ ਮਹਾਂਪੁਰਸ਼ਾਂ ਉਹਨਾਂ ਨੂੰ ਬਖਸ਼ ਕੀਤੀਆਂ। ਗਿਆਨੀ ਜਸਵੰਤ ਸਿੰਘ ਜੀ ਜਿਹੜੇ ਸਾਨੂੰ ਬਹੁਤ ਪਿਆਰ ਬਖਸ਼ ਕਰਦੇ ਆ, ਹੁਕਮ ਲਾ ਕੇ ਉਹਨਾਂ ਸੇਵਾ ਲਈ ਆ। ਧੰਨਵਾਦ ਕਰਦੇ ਆ ਆਏ ਤੇ ਜਿੰਨੇ ਵੀ ਮਹਾਂਪੁਰਸ਼, ਸਾਰੀਆਂ ਸੰਗਤਾਂ ਦਾ ਭੁੱਲ ਚੁੱਕ ਦੀ ਮਾਫੀ। ਪਿਆਰ ਸਹਿਤ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।